सभै मत सुन के करी कर्म की आशा। काल ग्रस्त सब लोग सियाने उठ पंडित पै चले निराशा। मन रहे सरियो न एक काजा भजियो न रघुपत राजा रहाओ। बन खंड जाए जोग तप कीनो कंद मूल चुन खाया। नादी बेदी शब्दी मोनी जम के पटैल रखाया। भगत नारदी हृदय न आई काछ कूछ तन दीना। राग रागनी डिम्ब होए बैठा उन हर पै क्या रीना। पर्यो काल सब है जग ऊपर माहि लिखे ब्रह्म ज्ञानी। कहो कबीर जन बह खालसे प्रेम भगत जेह जानी। वाहिगुरु जी का खालसा वाहिगुरु जी की फतेह। परम सत्कारयोग सतगुਰਾਂ ਦੀ ਸਾਜੀ ਨਿਮਾਜੀ ਸਾਧ ਸੰਗਤ ਜੀ, ਕਿਉਂਕਿ ਅਸੀਂ ਸੋਰਠ ਰਾਗ ਵਿੱਚ ਭਗਤਾਂ ਦੀ ਬਾਣੀ ਵਿਚਾਰ ਰਹੇ ਹਾਂ ਔਰ ਭਗਤ ਕਬੀਰ ਜੀ ਦੇ ਇਹ ਸ਼ਬਦ ਚੱਲ ਰਹੇ ਹਨ। ਇਹ ਗੱਲ ਪੱਥਰ ਤੇ ਲੀਕ 16 ਆਨੇ ਠੀਕ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹਨਾਂ ਪਵਿੱਤਰ ਆਤਮਾਵਾਂ ਦੇ ਭਗਤਾਂ ਦੇ ਅਸਥਾਨਾਂ 'ਤੇ ਜਾ ਕੇ ਉਹਨਾਂ ਦੇ ਜਾਨਸ਼ੀਨਾਂ ਕੋਲੋਂ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਸੰਗ੍ਰਹਿ ਕੀਤੀ ਔਰ ਉਹੀ ਬਾਣੀ ਦਾ ਸੰਗ੍ਰਹਿ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਤੱਕ ਪਹੁੰਚਿਆ। ਪਹਿਲੀ ਗੱਲ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਹੀ ਮਹਾਂਪੁਰਖਾਂ ਦੀ ਬਾਣੀ ਨੂੰ ਸੰਗ੍ਰਹਿ ਕੀਤਾ, ਅੰਕਿਤ ਕੀਤਾ ਜਾਂ ਆਪਣੇ ਕੋਲ ਜਮ੍ਹਾਂ ਕੀਤੀ, ਜਿਨ੍ਹਾਂ ਦੀ ਵਿਚਾਰਧਾਰਾ ਇੱਕ ਅਕਾਲ ਪੁਰਖ ਨੂੰ ਮੰਨਣ ਵਿੱਚ ਦ੍ਰਿੜ ਸੀ ਅਤੇ ਦ੍ਰਿੜ ਕਰਾਉਂਦੀ ਸੀ। ਗੁਰੂ ਨਾਨਕ ਪਾਤਸ਼ਾਹ ਨੇ ਕਿਸੇ ਦੰਭੀ ਕਿਸੇ ਪਖੰਡੀ ਦੀ ਰਚਨਾ ਨੂੰ ਰੰਚਕ ਮਾਤਰ ਵੀ ਥਾਂ ਨਹੀਂ ਦਿੱਤੀ ਔਰ ਉਹਨਾਂ ਦੀ ਹੀ ਪੰਜਵੀਂ ਜੋਤ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅੰਦਰ ਰਾਮਸਰ ਨਾਮੀ ਅਸਥਾਨ 'ਤੇ ਇਸ ਸਾਰੀ ਬਾਣੀ ਨੂੰ ਤਰਤੀਬ ਦਿੱਤੀ ਔਰ ਜਿਸ 'ਤੇ ਲਿਖਣ ਦੀ ਸੇਵਾ ਭਾਈ ਸਾਹਿਬ ਭਾਈ ਗੁਰਦਾਸ ਜੀ ਵਰਗੇ ਕਥਨੀ ਤੇ ਕਰਨੀ ਦੇ ਪੂਰਨ ਗੁਰਸਿੱਖ, ਜਿਨ੍ਹਾਂ ਦੀ ਆਪਣੀ ਬਾਣੀ ਵੀ ਬਹੁਤ ਉੱਚ ਪਾਏ ਦੀ ਔਰ ਜਿਸ ਬਾਣੀ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਹਿ ਕੇ ਸਤਿਕਾਰਿਆ। ਮੇਰਾ ਕਹਿਣ ਤੋਂ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕੋਈ ਇੱਕ ਵੀ ਅੱਖਰ ਐਸਾ ਨਹੀਂ ਜੋ ਗੁਰਮਤਿ ਦੀ ਕਸਵੱਟੀ 'ਤੇ ਪੂਰਾ ਨਾ ਉਤਰਦਾ। ਇਸ ਲਈ ਕਿਸੇ ਵੀ ਜਗਿਆਸੂ ਨੂੰ, ਮਾਈ ਭਾਈ ਨੂੰ ਕੋਈ ਟਪਲਾ ਨਹੀਂ ਲੱਗਣਾ ਚਾਹੀਦਾ। ਇਹ ਪੂਰਨ ਵਿਸ਼ਵਾਸ ਹੋਣਾ ਚਾਹੀਦਾ ਵੀ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ
ਅਤੇ ਉਹਨਾਂ ਤੋਂ ਬਾਅਦ ਹੋਣ ਵਾਲੇ ਸਤਿਗੁਰੂ ਸਾਹਿਬਾਨ ਸਭ ਪਰਮੇਸ਼ਵਰ ਦੀ ਭਗਤੀ ਵਿੱਚ ਵਿਸ਼ਵਾਸ ਰੱਖਦੇ। ਗੁਰਬਾਣੀ ਵਿੱਚ ਕਿਸੇ ਕਰਮ ਕਾਂਡ ਨੂੰ ਕੋਈ ਮਹੱਤਤਾ ਨਹੀਂ ਦਿੱਤੀ। ਗੁਰੂ ਅਮਰਦਾਸ ਜੀ ਨੇ ਤਾਂ ਨਿਰਣਾ ਹੀ ਕਰ ਦਿੱਤਾ ਕਿ ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੇ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੈ ਸੰਜਮ, ਰਹੇ ਕਰਮ ਕਮਾਏ। ਸਹਿਸੈ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਵ ਜਾਏ। ਤੋ ਕਹਿਣ ਦਾ ਮਤਲਬ ਸਾਰੀ ਭਗਤ ਬਾਣੀ ਦੇ ਅੰਦਰ ਉਹਨਾਂ ਕਰਮ ਕਾਂਡਾਂ ਦਾ ਨਿਖੇਧ ਹੈ ਅਤੇ ਇੱਕ ਸਿਮਰਨ ਨੂੰ ਸਭ ਤੋਂ ਮਹੱਤਵਪੂਰਨ ਦਰਜਾ ਦਿੱਤਾ। ਇਸ ਪਾਵਨ ਸ਼ਬਦ ਦੇ ਅੰਦਰ ਵੀ ਭਗਤ ਕਬੀਰ ਜੀ ਨੇ ਬੜੇ ਵਿਸਥਾਰ ਨਾਲ ਇੱਕ ਇੱਕ ਗੱਲ ਦਾ ਵਰਣਨ ਕੀਤਾ ਹੈ ਅਤੇ ਸ਼ਬਦ ਦੀ ਰਹਾਉ ਦੀ ਪੰਕਤੀ ਵਿੱਚ ਫਰਮਾਇਆ, ਮਨ ਰੇ ਸਰਿਓ ਨਹੀਂ ਕਹਿ ਕਾਜਾਂ। ਹੇ ਮੇਰੇ ਮਨ, ਤੇਰੇ ਕੋਲੋਂ ਇੱਕ ਕੰਮ ਨਹੀਂ ਹੋ ਸਕਿਆ। ਉਹ ਕਿਹੜਾ ਕੰਮ ਹੈ? ਭਜਿਓ ਨਾ ਰਘੁਪਤ ਰਾਜਾ। ਉਹ ਪਰਮਾਤਮਾ ਜੋ ਸਾਰੇ ਸੰਸਾਰ ਦਾ ਰਾਜਾ ਹੈ, ਉਹ ਪਰਮਾਤਮਾ ਜੋ ਪ੍ਰਕਾਸ਼ ਰੂਪ ਹੈ, ਉਹ ਪਰਮਾਤਮਾ ਜੋ ਸਰਵ ਸ਼ਕਤੀਵਾਨ ਤੇ ਸਰਵ ਵਿਆਪਕ ਹੈ, ਤੂੰ ਉਹਦਾ ਸਿਮਰਨ ਨਹੀਂ ਕਰ ਸਕੇ। ਜਿਸ ਸਿਮਰਨ ਦੇ ਕਰਨ ਨਾਲ ਤੇਰੇ ਇਹ ਮਨੁੱਖਾ ਜੀਵਨ ਦੀ ਸਫਲਤਾ ਹੋਣੀ ਸੀ, ਉਹ ਕੰਮ ਤੂੰ ਨਹੀਂ ਕੀਤਾ। ਮਨ ਰੇ ਸਰਿਓ ਨਹੀਂ ਕਹਿ ਕਾਜਾਂ। ਸਰਿਓ ਦਾ ਮਤਲਬ ਹੈ ਤੇਰੇ ਕੋਲੋਂ ਇਹ ਕੰਮ ਨਹੀਂ ਹੋ ਸਕਿਆ। ਸੱਚਮੁੱਚ ਸਿਮਰਨ ਕਰਨ ਵਰਗਾ ਸੌਖਾ ਕੰਮ ਛੱਡ ਕੇ ਅਨੇਕਾਂ ਹੀ ਲੋਕ ਕਰਮ ਕਾਂਡਾਂ ਵਿੱਚ ਫਸੇ ਹੋਏ ਹਨ। ਭਗਤ ਜੀ ਉਹਨਾਂ ਕਰਮ ਕਾਂਡਾਂ ਨੂੰ ਕੰਡਮ ਕਰਦੇ। ਉਹਨਾਂ ਦੀ ਆਪਣੀ ਬਾਣੀ ਵਿੱਚੋਂ ਸਾਨੂੰ ਇਹ ਸਮਝ ਆਉਂਦੀ ਕਿ ਪੰਡਤ ਮੁੱਲਾ ਜੋ ਲਿਖ ਦਿਆ, ਛਾੜ ਚਲੇ ਹਮ ਕਛੂ ਨ ਦਿਆ। हमरा झगड़ा रहा न को, पंडित मुल्ला छाड़े दो। क्योंकि उस वेले ये दो ही मत प्रचलित सन, एक हिंदू मत सी, एक इस्लाम मत सी। हिंदू मत दे मुखी पंडित सन, इस्लाम मत दे काजी सन। तो भगत जी इन्हां दोहां बारे अपनी राय स्पष्ट कर दी। हमरा झगड़ा रहा न को, पंडित मुल्ला छाड़े दो। पंडित मुल्ला जो लिख दिया, छाड़ चले हम कछु न लिया। तो भगत जी उस काम दे हामी हन जो एक परमात्मा दे सिमरन करने वाला। तो इत्थे भगत जी ने रहाओ दी पंक्ति विच ये गल स्पष्ट कही, मन रे सरियो न कह काजा। हे मन, तेरे कोलों एक काम नहीं हो सके। वो केड़ा काम सी? भजियो न रघुपत राजा। भजियो का मतलब तू भजन नहीं किया, सिमरन नहीं किया उस रघुपति राजे परमात्मा का, जिहदा हुक्म सारे संसार ते चलदा।
ਜਿਹੜਾ ਸਰਵ ਵਿਆਪਕ ਹੈ, ਸਰਵ ਪ੍ਰਕਾਸ਼ਕ ਹੈ ਔਰ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਉਹਦਾ ਸਿਮਰਨ ਤੂੰ ਨਹੀਂ ਕਰ ਸਕਿਆ। ਇਹ ਤਾਂ ਹੈ ਰਹਾਉ ਦੀ ਕੇਂਦਰੀ ਪੰਕਤੀ, ਸੈਂਟਰਲ ਆਈਡੀਆ। ਆਓ ਹੁਣ ਸ਼ਬਦ ਦੀ ਵਿਚਾਰ ਕਰੀ। ਵੇਦ ਪੁਰਾਨ ਸਭੈ ਮਤ ਸੁਣ ਕੇ। 4 ਵੇਦ ਹਨ, 18 ਪੁਰਾਣ ਹਨ, ਖਟ ਸ਼ਾਸਤਰ ਹਨ, ਹੋਰ ਬੜੇ ਧਰਮ ਗ੍ਰੰਥ। ਸਭੈ ਮਤ ਸੁਣ ਕੇ। ਹੁਣ ਇੱਥੇ ਜਿਹੜਾ ਮਤ ਹੈ ਇਹ ਤੱਤਾ ਮੁਕਤਾ ਹੈ, ਇਸ ਲਈ ਯਾਦ ਕਰਾਉਣਾ ਪੈਂਦਾ, ਕਿਉਂਕਿ ਸਰੋਤਿਆਂ ਦੀ, ਪਾਠਕਾਂ ਦੀ ਯਾਦਾਸ਼ਤ ਧੁੰਦਲੀ ਪੈ ਜਾਂਦੀ ਹੈ, ਭੁੱਲ ਜਾਂਦੇ ਨੇ। ਇੱਕ ਮਤ ਹੈ ਤੱਤੇ ਨੂੰ ਸਿਆਰੀ ਵਾਲਾ, ਉਹ ਹੈ ਬੁੱਧੀ, ਅਕਲ। ਇੱਕ ਮਤ ਹੈ ਤੱਤਾ ਮੁਕਤਾ, ਇਹ ਮਤ ਮਤਾਂਤਰਾਂ ਲਈ, ਸਿੱਖਿਆਵਾਂ ਲਈ। ਔਰ ਇੱਕ ਮਤ ਤੱਤੇ ਨੂੰ ਔਂਕੜ ਵਾਲਾ ਵੀ ਆਉਂਦਾ, ਜਿਹਦਾ ਮਤਲਬ ਹੈ ਮਤਾਂ ਇਹ ਕੰਮ ਕਰੇ। ਉਚਾਰਨ ਤਿੰਨਾਂ ਦਾ ਮਤ। ਹੁਣ ਭਗਤ ਜੀ ਕਹਿੰਦੇ ਨੇ, ਹੇ ਮਨ, ਵੇਦ ਪੁਰਾਨ ਸਭੈ ਮਤ ਸੁਣ ਕੇ, ਤੂੰ ਅਤੇ ਤੇਰੇ ਸਮੇਤ ਅਨੇਕਾਂ ਹੋਰ ਲੋਕ ਵੇਦਾਂ ਦੇ, ਪੁਰਾਣਾਂ ਦੀ ਜੋ ਉਹਨਾਂ ਦੇ ਖਿਆਲ ਹਨ, ਜੋ ਉਹਨਾਂ ਦੇ ਮਤ ਹਨ, ਜੋ ਉਹਨਾਂ ਵੱਲੋਂ ਲੋਕਾਂ ਨੂੰ ਸਿੱਖਿਆ ਦਿੱਤੀ ਗਈ ਹੈ। ਕਰੀ ਕਰਮ ਕੀ ਆਸਾਂ। ਕਰੀ ਕਰਮ ਕੀ ਆਸਾਂ, ਕਰਮ ਕਾਂਡ ਕਰਨ ਦੀ ਇੱਛਾ ਬਣਾ ਲਈ। ਤਾਂ ਭਗਤ ਜੀ ਇੱਕ ਇੱਕ ਗੱਲ ਨੂੰ ਬੜੀ ਚੰਗੀ ਤਰ੍ਹਾਂ ਉਹਦੀ ਪੜਚੋਲ ਕਰਕੇ ਫਿਰ ਉਹਦੇ 'ਤੇ ਆਪਣੀ ਰਾਏ ਦਿੰਦੇ ਹਨ। ਵੇਦ ਪੁਰਾਨ ਸਭੈ ਮਤ ਸੁਣ ਕੇ, ਕਰੀ ਕਰਮ ਕੀ ਆਸਾ, ਕਾਲ ਗ੍ਰਸਤ ਸਭ ਲੋਗ ਸਿਆਣੇ, ਉਠ ਪੰਡਤ ਪੈ ਚਲੇ ਨਿਰਾਸਾ। ਆਖਿਆ ਬੜੇ ਬੜੇ ਸਿਆਣੇ, ਜਿਹੜੇ ਆਪਣੇ ਆਪ ਨੂੰ ਬੜਾ ਅਕਲਮੰਦ ਵੀ ਕਹਿੰਦੇ, ਪਰ ਉਹ ਵੀ ਕਰਮ ਕਾਂਡਾਂ ਵਿੱਚ ਫਸੇ ਹੋਏ ਨੇ। ਪਰ ਇਹ ਕਰਮ ਕਾਂਡ ਉਹਨਾਂ ਨੂੰ ਕਾਲ ਦੀ ਪਕੜ ਤੋਂ ਬਚਾ ਨਹੀਂ ਸਕਦੇ। ਇਹ ਸਾਰੇ ਕਰਮ ਕਾਂਡ ਕਰਦੇ ਹੋਏ ਵੀ ਕਾਲ ਗ੍ਰਸਤ ਸਭ ਲੋਗ ਸਿਆਣੇ, ਸਾਰੇ ਕਾਲ ਦੇ ਗ੍ਰਸਤ, ਕਾਲ ਦੇ ਗਰੇ ਹੋਏ, ਗਰਸੇ ਹੋਏ। ਭਾਵ ਸਭ ਕਾਲ ਦੀ ਖੁਰਾਕ ਹੈ। ਉਠ ਪੰਡਤ ਪੈ ਚਲੇ ਨਿਰਾਸਾ। ਆਖਿਆ ਬੜੇ ਬੜੇ ਪੰਡਤ ਵਿਦਵਾਨ ਵੀ ਜਿਹੜੇ ਨੇ, ਉਹ ਵੀ ਜੀਵਨ ਦੇ ਮਕਸਦ ਨੂੰ ਪੂਰਾ ਨਹੀਂ ਕਰ ਸਕੇ ਔਰ ਇਹਨਾਂ ਗ੍ਰੰਥਾਂ ਨੂੰ ਪੜ੍ਹਨ, ਪੜ੍ਹਾਉਣ, ਸੁਣਨ, ਸੁਣਾਉਣ ਵਿੱਚ ਹੀ ਲੱਗੇ ਨੇ। ਅਤੇ ਆਖਰਕਾਰ ਉਹਨਾਂ ਨੂੰ ਇਸ ਸੰਸਾਰ ਤੋਂ ਕੂਚ ਕਰਨਾ ਪਿਆ। ਵੇਦ ਪੁਰਾਨ ਸਭੈ ਮਤ ਸੁਣ ਕੇ, ਕਰੀ ਕਰਮ ਕੀ ਆਸਾ, ਕਾਲ ਗ੍ਰਸਤ ਸਭ ਲੋਗ ਸਿਆਣੇ, ਉਠ ਪੰਡਤ ਪੈ ਚਲੇ ਨਿਰਾਸਾ। ਮਨ ਰੇ ਸਰਿਓ ਨ ਏਕੈ ਕਾਜਾਂ। ਹੇ ਮਨ, ਤੇਰੇ ਕੋਲੋਂ ਇੱਕ ਕੰਮ ਪ੍ਰਭੂ ਸਿਮਰਨ ਵਾਲਾ ਨਹੀਂ ਹੋ ਸਕੇ। ਭਜਿਓ ਨ ਰਘੁਪਤ ਰਾਜਾ ਰਹਾਉ, ਬਨ ਖੰਡ ਜਾਏ ਜੋਗ ਤਪ ਕੀਨੋ। ਕਿਉਂਕਿ ਅਸੀਂ ਆਪਣੇ ਇਰਦ ਗਿਰਦ ਵਿੱਚ ਦੇਖਦੇ ਹਾਂ ਅਤੇ ਭਗਤ ਕਬੀਰ ਜੀ ਦਾ ਤੇ ਸਰਕਲ ਵਲਗਣ ਬਹੁਤ ਲੰਬਾ ਚੌੜਾ ਹੈ। ਇੱਕ ਤਾਂ ਉਹ ਰਹਿੰਦੇ ਕਾਂਸ਼ੀ ਵਿੱਚ ਨੇ, ਇੱਕ ਉਹਨਾਂ ਦਾ ਭਗਤੀ ਮਾਰਗ ਹੈ, ਅਤੇ ਜਿਸ ਮਾਰਗ 'ਤੇ ਕੋਈ ਚੱਲਦਾ ਹੋਵੇ ਫਿਰ ਉਹਨੂੰ ਆਪਣੇ ਇਰਦ ਗਿਰਦ ਦੇ ਲੋਕਾਂ ਦੀ ਜਾਣਕਾਰੀ ਸੁਤੇ ਸਿੱਧ ਹੋ ਜਾਂਦੀ।
ਕਈ ਵਿਦਵਾਨਾਂ ਨੇ ਕਿਹਾ ਜੀ, ਭਗਤ ਜੀ ਨੂੰ ਪੁੱਛਿਆ ਉਹਨਾਂ ਦੇ ਸ਼ਰਧਾਲੂਆਂ ਨੇ ਵੀ ਅਸੀਂ ਕਿਹੜਾ ਕੰਮ ਕਰੀਏ ਜਿਹਦੇ ਕਰਨ ਨਾਲ ਸਾਡੀ ਕਲਿਆਣ ਹੋ ਜਾਏ। ਭਗਤ ਜੀ ਉਹਨਾਂ ਨੂੰ ਉਪਦੇਸ਼ ਕਰਦੇ ਨੇ, ਪਿਆਰਿਓ ਮਨ ਨੂੰ ਸਮਝਾਓ, ਸਭ ਤੋਂ ਉੱਤਮ ਕਰਮ ਪਰਮਾਤਮਾ ਦਾ ਸਿਮਰਨ ਹੈ। ਪਰ ਲੋਕ ਕੀ ਕਰ ਰਹੇ ਨੇ? ਬਨ ਖੰਡ ਜਾਏ ਜੋਗ ਤਪ ਕੀਨੋ। ਵੰਡ ਖੰਡ ਦਾ ਮਤਲਬ ਹੈ ਜੰਗਲਾਂ ਵਿੱਚ ਜਾ ਕੇ ਕਈਆਂ ਨੇ ਯੋਗ ਦੇ ਆਸਨ ਕਰਨੇ ਸ਼ੁਰੂ ਕਰ ਦਿੱਤੇ, ਬੜੀ ਬੜੀ ਕਠਿਨ ਤਪੱਸਿਆ ਕੀਤੀ, ਕੰਦ ਮੂਲ ਚੁਣ ਖਾਇਆ। ਕਈਆਂ ਨੂੰ ਇਹ ਸਮਝਾਇਆ ਗਿਆ ਵੀ ਇਹ ਜਿਹੜਾ ਅੰਨ ਹੈ ਇਹ ਕਾਮ ਆਦਿਕ ਵਾਸ਼ਨਾਵਾਂ ਪੈਦਾ ਕਰਦਾ, ਇਹ ਨਾ ਖਾਓ, ਘਰ ਵਿੱਚ ਨਾ ਰਹੋ, ਜੰਗਲ ਵਿੱਚ ਚਲੇ ਜਾਓ। ਉੱਥੇ ਜਾ ਕੇ ਉਹਨਾਂ ਨੇ ਕੰਦ ਮੂਲ ਚੁਣ ਖਾਇਆ। ਇਹ ਲਿਸਟ ਬਹੁਤ ਲੰਬੀ ਹੈ, ਪਰ ਅਸੀਂ ਇਹਦੇ ਆਖਰੀ ਅਰਥ ਕਰਦੇ ਹਾਂ। ਕੰਦ ਮੂਲ ਉਹ ਚੀਜ਼ਾਂ ਜਿਹੜੀਆਂ ਧਰਤੀ ਦੇ ਵਿੱਚ ਪੈਦਾ ਹੁੰਦੀਆਂ ਨੇ, ਜਿਵੇਂ ਗਾਜਰਾਂ ਹਨ, ਮੂਲੀਆਂ ਹਨ, ਆਲੂ ਹਨ, ਕਚਾਲੂ ਹਨ, ਰਤਾਲੂ ਹਨ, ਜਿਮੀ ਕੰਦ ਹੈ। ਭਾਵ ਧਰਤੀ ਵਿੱਚ ਪੈਦਾ ਹੋਣ ਵਾਲੀਆਂ ਚੀਜ਼ਾਂ ਨੂੰ ਚੁਣ ਚੁਣ ਕੇ ਖਾਧਾ। ਬਨ ਖੰਡ ਜਾਏ ਜੋਗ ਤਪ ਕੀਨੋ। ਕੰਦ ਮੂਲ ਚੁਣ ਖਾਇਆ। ਨਾਦੀ ਬੇਦੀ ਸ਼ਬਦੀ ਮੋਨੀ। ਨਾਦੀ ਦਾ ਮਤਲਬ ਹੈ ਨਾਦ ਵਜਾਉਣ ਵਾਲੇ। ਬੇਦੀ ਦਾ ਮਤਲਬ ਹੈ ਵੇਦ ਮੰਤਰ ਪੜ੍ਹ ਕੇ ਕਰਮ ਕਾਂਡ ਕਰਨ ਵਾਲੇ। ਸ਼ਬਦੀ ਦਾ ਮਤਲਬ ਹੈ ਜਿਹੜੇ ਅਲੌਖ ਕਹਿਣ ਵਾਲੇ। ਨਾਦੀ ਬੇਦੀ ਸ਼ਬਦੀ ਮੋਨੀ। ਮੋਨੀ ਦਾ ਮਤਲਬ ਹੈ ਜਿਹੜੇ ਗੁੰਗ ਮੋਨ ਧਾਰਨ ਕਰਕੇ ਬੈਠੇ। ਜ਼ਬਾਨ ਹੈ, ਅੰਦਰ ਫੁਰਨੇ ਫੁਰਦੇ ਨੇ ਪਰ ਮੂੰਹ ਬੋਲਦੇ ਨਹੀਂ, ਉਹਨਾਂ ਨੂੰ ਮੋਨੀ ਕਹਿੰਦੇ ਨੇ। ਜੰਮ ਕੇ ਪਟੈ ਲਿਖਾਇਆ। ਇਹ ਸਾਰੇ ਜੰਮ ਦੇ ਅਧੀਨ ਹਨ। ਇਹਨਾਂ ਸਾਰਿਆਂ ਨੂੰ ਧਰਮ ਰਾਏ ਦੀ ਕਚਹਿਰੀ ਵਿੱਚ ਲੇਖਾ ਦੇਣਾ ਪਵੇ, ਕਿਉਂਕਿ ਇਹ ਪਰਮਾਤਮਾ ਦਾ ਭਜਨ ਤੇ ਕਰ ਨਹੀਂ ਰਹੇ। ਇਹ ਤੇ ਇਹਨਾਂ ਯੋਗ ਤਪ ਸਾਧਨਾ ਵਿੱਚ ਫਸੇ ਹੋਏ, ਤੇ ਜਿਤਨੇ ਯੋਗ ਤਪ ਕਰੋਗੇ ਉਨਾ ਹੀ ਅਹੰਕਾਰ ਵਧੇਗਾ। ਇਸ ਲਈ ਭਗਤ ਜੀ ਇਹਨਾਂ ਦਾ ਖੰਡਨ ਕਰਦਾ। ਬਨ ਖੰਡ ਜਾਏ ਜੋਗ ਤਪ ਕੀਨੋ। ਕੰਦ ਮੂਲ ਚੁਣ ਖਾਇਆ। ਨਾਦੀ ਬੇਦੀ ਸ਼ਬਦੀ ਮੋਨੀ। ਜੰਮ ਕੇ ਪਟੈ ਲਿਖਾਇਆ। ਭਗਤ ਨਾਰਦੀ ਹਿਰਦੈ ਨਾ ਆਈ। 9 ਪ੍ਰਕਾਰ ਦੀ ਭਗਤੀ ਕਹੀ ਜਾਂਦੀ। ਉਹਨਾਂ ਸਾਰਿਆਂ ਵਿੱਚੋਂ ਉੱਤਮ ਭਗਤੀ ਜੋ ਹੈ ਪ੍ਰੇਮਾ ਭਗਤੀ। ਹੁਣ ਦੇਖੋ ਇੱਥੇ ਭਗਤ ਦੇ ਤੱਤੇ ਨੂੰ ਸਿਆਰੀ ਹੈ, ਪੜ੍ਹਿਆ ਭਗਤ ਹੈ, ਪਰ ਅਰਥ ਇਹਦਾ ਭਗਤੀ ਹੈ। ਭਗਤ ਨਾਰਦੀ ਦਾ ਮਤਲਬ ਹੈ ਪ੍ਰੇਮਾ ਭਗਤੀ। ਵਿਦਵਾਨਾਂ ਨੇ ਨਾਰਦੀ ਦੇ ਬਹੁਤ ਅਰਥ ਕੀਤੇ ਨੇ, ਪਰ ਅਸੀਂ ਬਹੁਤੀ ਗੁੰਝਲਦਾਰ ਵਿਆਖਿਆ ਵਿੱਚ ਜਾਣ ਤੋਂ ਝਿਜਕਦੇ ਹਾਂ ਕਿ ਜਿਹੜੀ ਅਸਲ ਗੱਲ ਹੈ ਉਹਦੇ ਤੋਂ ਅਸੀਂ ਭੁੱਲ ਨਾ ਜਾਈਏ, ਭਟਕ ਨਾ ਜਾਈਏ। ਭਗਤ ਜੀ ਕਹਿਣਾ ਕੀ ਚਾਹੁੰਦੇ ਨੇ? ਭਗਤ ਜੀ ਕਹਿੰਦੇ ਨੇ ਪ੍ਰੇਮਾ ਭਗਤੀ ਜਦੋਂ ਤੀਕਰ ਹਿਰਦੇ ਵਿੱਚ ਨਹੀਂ ਆਉਂਦੀ, ਇਹ ਸਭ ਦਿਖਾਵੇ। ਕਾਛ ਕੂਚ ਤਨ ਦੀਨਾ। ਇਹ ਜਿਹੜਾ ਕਾਛ ਕੂਚ ਸ਼ਬਦ ਹੈ, ਇਹਦੇ ਵੀ ਅਰਥ ਕਈਆਂ ਨੇ ਸਰੀਰ ਨੂੰ ਸ਼ਿੰਗਾਰ ਲਿਆ ਕੀਤੇ ਨੇ, ਕਈਆਂ ਨੇ ਸਰੀਰ ਉੱਤੇ ਕਈ ਤਰ੍ਹਾਂ ਦੇ ਚੱਕਰ ਆਦਿਕ ਬਣਾ ਲਏ। ਕੋਈ 12 ਚਿੰਨ੍ਹ ਲਾਉਂਦਾ, ਕੋਈ ਘੱਟ ਲਾਉਂਦਾ, ਕੋਈ ਵੱਧ ਲਾਉਂਦਾ। ਤੇ ਕਈ ਵਿਦਵਾਨਾਂ ਨੇ ਕਾਛ ਕੂਚ ਦਾ ਮਤਲਬ ਸਰੀਰ ਪਾਲਣ ਪੋਸ਼ਣ ਕਰਨ ਵਿੱਚ ਲੱਗੇ ਹੋਏ।
गल की आखिरकार इस तन ने, इस शरीर ने जम दे हवाले हो जा। भगत नारदी हृदय ना आई, हृदय ਦੇ ਦੱਦੇ ਨੂੰ ਦੋ ਨਾ ਮੰਨ। ਜਦੋਂ ਤੀਕਰ ਹਿਰਦੇ ਵਿੱਚ ਪ੍ਰੇਮਾ ਭਗਤੀ ਨਹੀਂ ਆਈ, ਇਹ ਸਾਰੇ ਕਰਮ ਕਾਂਡ ਜਿਹੜੇ ਨੇ ਇਹ ਬੰਦੇ ਦੀ ਕੋਈ ਸਹਾਇਤਾ ਨਹੀਂ ਕਰ। ਕਾਛ ਕੂਛ ਤਨ ਦੀਨਾ, ਇਹ ਸਰੀਰ ਜਿਹੜਾ ਹੈ ਇਹ ਤਾਂ ਫਿਰ ਜਮਾਂ ਦੇ ਹਵਾਲੇ ਹੋਣਾ ਹੀ। ਰਾਗ ਰਾਗਨੀ ਡਿੰਬ ਹੋਏ ਬੈਠਾ, ਕਈ ਰਾਗ ਗਾਉਣ ਵਾਲੇ, ਰਾਗਣੀਆਂ ਗਾਉਣ ਵਾਲੇ ਬਸ ਇਸੇ ਗੱਲ ਵਿੱਚ ਮਸਤ ਹੋ ਗਏ। ਮੈਂ ਕਈ ਵਾਰੀ ਦੇਖਿਆ ਕਈ ਬਹੁਤ ਸਿਆਣੇ ਜਿਹੜੇ ਰਾਗ ਨੂੰ ਜਾਣਨ ਵਾਲੇ ਨੇ, ਉਹ ਆਪਣੇ ਕੀਰਤਨ ਦਾ ਸਮਾਂ ਆਲਾਪ ਵਿੱਚ ਹੀ ਲਾ ਦਿੰਦੇ ਨੇ, ਅਤੇ ਜਿਹੜੇ ਸਧਾਰਨ ਜਗਿਆਸੂ ਬੈਠੇ ਹੁੰਦੇ ਨੇ ਉਹ ਬੋਰ ਹੋ ਜਾਂਦੇ ਨੇ ਵੀ ਇਹ ਕੀ ਕਰ ਰਹੇ। ਗੱਲ ਕੀ ਜਦੋਂ ਤੀਕਰ ਪ੍ਰੇਮਾ ਭਗਤੀ ਨਾ ਹੋਵੇ, ਜਦੋਂ ਤੀਕਰ ਬਾਣੀ ਨੂੰ ਇਸ ਢੰਗ ਨਾਲ ਨਾ ਪੜ੍ਹਿਆ ਅਤੇ ਗਾਇਆ ਜਾਏ ਕਿ ਸਰੋਤਿਆਂ ਨੂੰ ਕੋਈ ਸਮਝ ਆਵੇ, ਉਹ ਫਿਰ ਸਵਾਏ ਡਿੰਬ ਤੋਂ, ਇੱਕ ਦਿਖਾਵੇ ਤੋਂ ਕਿ ਮੈਨੂੰ ਰਾਗ ਬੜਾ ਹੁੰਦਾ, ਮੈਨੂੰ ਆਲਾਪ ਬੜਾ ਹੁੰਦਾ। ਠੀਕ ਹੈ, ਰਾਗ ਵਿੱਚ ਆਲਾਪ ਕਰਨਾ ਉਹਦੀ ਸੁੰਦਰਤਾ ਵਿੱਚ ਵਾਧਾ ਹੈ, ਪਰ ਨਿਰਾ ਆਲਾਪ ਹੀ ਕਰੀ ਜਾਣਾ, ਨਿਰਾ ਲੋਕਾਂ 'ਤੇ ਇਹ ਪ੍ਰਭਾਵ ਪਾਉਣ ਲਈ ਆ ਊ ਕਰੀ ਜਾਣਾ। ਰਾਗ ਰਾਗਨੀ ਡਿੰਬ ਹੋਏ ਬੈਠਾ, ਇਹ ਫਿਰ ਪਖੰਡ ਬਣ ਜਾਂਦਾ। ਉਹਨਾਂ ਹਰ ਪੈ ਕਿਆ ਲੀਨਾ, ਐਸਾ ਕੁਝ ਕਰਨ ਵਾਲਿਆਂ ਨੇ, ਉਹਨਾਂ ਦਾ ਮਤਲਬ ਉਹਨਾਂ ਨੇ ਹਰੀ ਕੋਲੋਂ ਕੀ ਪ੍ਰਾਪਤ ਕਰਨਾ। ਬਾਣੀ ਗੁਰੂ ਜੀ ਤੇ ਕਹਿੰਦੇ ਠਾਕੁਰ ਗਾਈਐ ਆਤਮ ਰੰਗ, ਸ਼ਰਣੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ। ਤੋ ਜਿਹੜੇ ਸਿਰਫ ਰਾਗ ਗਾਉਣ 'ਤੇ, ਆਲਾਪ ਕਰਨ 'ਤੇ ਤਥਾ ਹੋਰ ਕਈ ਤਰ੍ਹਾਂ ਦੇ ਕੰਮ ਕਰਨ 'ਤੇ ਹੀ ਲੱਗੇ ਰਹਿੰਦੇ ਨੇ, ਉਹ ਹਰੀ ਕੋਲੋਂ ਕੋਈ ਦਾਤ ਨਹੀਂ ਪ੍ਰਾਪਤ ਕਰ ਸਕਦੇ। ਪਰਿਓ ਕਾਲ ਸਭੈ ਜਗ ਉੱਪਰ, ਜਿਹੜਾ ਕਾਲ ਹੈ ਉਹ ਤਾਂ ਸਾਰਿਆਂ ਦੇ ਉੱਤੇ ਵਿਆਪਣਾ, ਆਉਣਾ ਹੈ। ਮਾਹੇ ਲਿਖੇ ਭ੍ਰਮ ਗਿਆਨੀ, ਹੁਣ ਦੇਖੋ ਗਿਆਨੀ ਸ਼ਬਦ ਉੱਤਮ ਤੇ ਬੜਾ ਹੈ, ਪਰ ਨਾਲ ਭਗਤ ਜੀ ਨੇ ਭ੍ਰਮ ਗਿਆਨੀ ਕਿਹਾ। ਭ੍ਰਮ ਗਿਆਨੀ ਦਾ ਮਤਲਬ ਹੈ ਜਿਨ੍ਹਾਂ ਦਾ ਗਿਆਨ ਭਰਮ ਦਾ ਸ਼ਿਕਾਰ ਹੈ, ਜਿਹੜੇ ਭਰਮ ਵਿੱਚ ਫਸੇ ਹੋਏ ਨੇ। ਕਈ ਵਾਰੀ ਦੇਖਿਆ ਕਿ ਬੜੇ ਬੜੇ ਗਿਆਨਵਾਨ ਕਹਾਉਣ ਵਾਲੇ ਵੀ ਭਰਮਾਂ ਦਾ ਸ਼ਿਕਾਰ ਹੁੰਦੇ ਨੇ, ਉਹਨਾਂ ਨੂੰ ਆਪਣੇ ਕਥਨ ਉੱਤੇ ਆਪ ਹੀ ਵਿਸ਼ਵਾਸ ਨਹੀਂ ਹੁੰਦਾ, ਉਹਨਾਂ ਨੂੰ ਭਗਤ ਜੀ ਭ੍ਰਮ ਗਿਆਨੀ ਕਹਿੰਦੇ। ਪਰਿਓ ਕਾਲ ਸਭੈ ਜਗ ਉੱਪਰ, ਮਾਹੇ ਲਿਖੇ ਭ੍ਰਮ ਗਿਆਨੀ, ਕਉ ਕਬੀਰ ਜਨ ਭਏ ਖਾਲਸੇ। ਕਬੀਰ ਜੀ ਕਹਿੰਦੇ ਨੇ ਜਿਹੜੇ ਪਰਮਾਤਮਾ ਦੇ ਸੱਚੇ ਸੇਵਕ ਨੇ ਉਹ ਖਾਲਸੇ ਹੋ ਗਏ। ਖਾਲਸੇ ਦਾ ਮਤਲਬ ਖਾਲਸ। ਹੁਣ ਵਿਦਵਾਨਾਂ ਨੇ ਦੱਸਿਆ ਹੈ ਕਿ ਸ਼੍ਰੀ ਕਰਤਾਰਪੁਰ ਵਾਲੀ ਬੀੜ ਅਤੇ ਦਮਦਮੀ ਸਰੂਪ ਬੀੜ ਜੋ ਹੈ ਉਹਦੇ ਵਿੱਚ ਪਾਠ ਖਾਲਸੇ ਹੈ, ਪਰ ਭਾਈ ਬੰਨੋ ਵਾਲੀ ਜਿਹੜੀ ਬੀੜ ਹੈ, ਭਾਵੇਂ ਦਾਸ ਨੇ ਦਰਸ਼ਨ ਕੀਤੇ ਨੇ, ਕਾਨਪੁਰ ਵਿੱਚ ਮੌਜੂਦ ਹੈ, ਪਰ ਇੱਥੇ ਤੱਕ ਦਾਸ ਨੇ ਨਹੀਂ ਪੜਚੋਲ ਕੀਤੀ, ਪਰ ਵੇਲੇ ਤੋਂ ਪਹਿਲਾਂ ਬੜੇ ਬੜੇ ਵਿਦਵਾਨਾਂ ਨੇ ਕੀਤੀ ਹੈ। ਉਹ ਕਹਿ ਰਹੇ ਨੇ ਕਿ ਉਹਦੇ ਵਿੱਚ ਖਲਾਸੇ ਲਿਖੇ, ਪਰ ਕਰਤਾਰਪੁਰ ਵਾਲੀ ਤਥਾ ਦਮਦਮੀ ਸਾਹਿਬ ਵੀ, ਜਿਸ ਨੂੰ ਅਸੀਂ ਮੂਲ ਮੁੱਢ ਮੰਨਦੇ ਹਾਂ, ਉਹਦੇ ਵਿੱਚ ਖਾਲਸੇ। ਅਰਥਾਂ ਵਿੱਚ ਕੀ ਫਰਕ ਹੈ? ਖਾਲਸੇ ਦਾ ਮਤਲਬ ਹੈ ਸ਼ੁੱਧ ਰੂਪ, ਜਿਹਦੇ ਵਿੱਚ ਕੋਈ ਮਿਲਾਵਟ ਨਾ ਹੋਵੇ, ਕਿਉਂਕਿ ਕਲਗੀਆਂ ਵਾਲੇ ਪਾਤਸ਼ਾਹ ਨੇ
ਖਾਲਸਾ ਸ਼ਬਦ ਸਾਡੀ ਝੋਲੀ ਵਿੱਚ ਪਾਇਆ ਤੇ ਉਹਦੇ ਲਈ ਅਰਥ ਵੀ ਦੱਸੇ ਨੇ ਵੀ ਖਾਲਸਾ ਹੋਣ ਕੌਣ ਸਕਦਾ, ਜਿਹੜਾ ਸ਼ੁੱਧ ਪਰਮਾਤਮਾ ਨਾਲ ਪਿਆਰ ਕਰੇ, ਜਿਹੜਾ ਹੋਰ ਕਿਸੇ ਪਾਸੇ ਵੀ ਧਿਆਨ ਨਾ ਦੇਵੇ, ਉਸ ਨੂੰ ਖਾਲਸੇ ਦੀ ਉਪਾਧੀ। ਤੇ ਗੁਰੂ ਸਾਹਿਬ ਨੇ ਖਾਲਸੇ ਨੂੰ ਬਹੁਤ ਵੱਡਾ ਸਨਮਾਨ ਦਿੱਤਾ। ਤੋ ਖਾਲਸੇ ਦਾ ਮਤਲਬ ਹੈ ਸ਼ੁੱਧ ਪਰਮਾਤਮਾ ਦੀ ਭਗਤੀ ਵਿੱਚ ਚੜੇ ਜੋ। ਤੋ ਖਲਾਸੇ ਦਾ ਮਤਲਬ ਆਜ਼ਾਦ ਹੋ ਗਏ, ਇਹਨਾਂ ਬੰਧਨਾਂ ਤੋਂ ਛੁੱਟ ਗਏ। ਪਰਿਓ ਕਾਲ ਸਭੈ ਜਗ ਊਪਰ, ਮਾਏ ਲਿਖੇ ਬ੍ਰਹਮ ਗਿਆਨੀ। ਕਉ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜੇ ਜਾਨੀ। ਭਾਵ ਜਿਨ੍ਹਾਂ ਨੇ ਪ੍ਰੇਮਾ ਭਗਤੀ ਨੂੰ ਜਾਣਿਆ ਤੇ ਜਿਹੜੇ ਪਰਮਾਤਮਾ ਦੇ ਸਿਮਰਨ ਵਿੱਚ ਲੱਗੇ ਨੇ, ਉਹ ਸ਼ੁੱਧ ਪਰਮਾਤਮਾ ਦੇ ਸੇਵਕ ਬਣ ਗਏ। ਉਹ ਇਹਨਾਂ ਕਰਮ ਕਾਂਡਾਂ ਵਿੱਚ ਨਹੀਂ ਫਸਦੇ। ਤੋ ਇਹ ਸ਼ਬਦ ਦੀ ਬੜੀ ਡੂੰਘੀ ਵਿਚਾਰ ਹੈ, ਜਿਹਦੇ ਤੋਂ ਅਸੀਂ ਪ੍ਰੇਰਨਾ ਲੈਣੀ ਕਿ ਮਨ ਰੇ ਸਰਿਓ ਨਾ ਏਕੈ ਕਾਜਾ, ਭਜਿਓ ਨਾ ਰਘੁਪਤ ਰਾਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।